ਸਤਿ ਸ਼੍ਰੀ ਅਕਾਲ ਦੋਸਤੋ। ਲਵ 23 ਲੈਂਡ ਦਿਲ ਸੇ ਬਾਈ ਨੀਲੂ ਨੂੰ ਪਿਆਰ ਦੇਣ ਦੇ ਲਈ ਤਹਿ ਦਿਲੋਂ ਸ਼ੁਕਰੀਆ। ਮੈਂ ਹਾਂ ਨੀਲੂ ਸ਼ਰਮਾ। ਜਿਸ ਤਰ੍ਹਾਂ ਤੁਸੀਂ ਮੇਰੀਆਂ ਕਹਾਣੀਆਂ ਨੂੰ ਪਿਆਰ ਦੇ ਰਹੇ ਹੋ, ਉਸ ਨਾਲ ਮੈਨੂੰ ਮੋਟੀਵੇਸ਼ਨ ਵੀ ਮਿਲ ਰਹੀ ਹੈ ਕਿ ਮੈਂ ਹੋਰ ਵੀ ਵਧੀਆ ਕਹਾਣੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂ। ਇਹ ਸਿਰਫ ਕਹਾਣੀਆਂ ਹੀ ਨਹੀਂ, ਬਲਕਿ ਮੇਰੀ ਜ਼ਿੰਦਗੀ ਦੇ ਵਿੱਚ ਆਏ ਕੁਝ ਲੋਕਾਂ ਦੀ ਹੱਡਬੀਤੀ ਵੀ ਹੈ, ਜਿਸ ਨੂੰ ਮੈਂ ਸ਼ਬਦਾਂ ਦੇ ਵਿੱਚ ਪਿਰੋਣ ਦੀ ਕੋਸ਼ਿਸ਼ ਕਰਦੀ ਹਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਡੇ ਸਾਹਮਣੇ ਸਮਾਜ ਦੇ ਵੱਖ-ਵੱਖ ਹਿੱਸਿਆਂ ਦੀ ਤਸਵੀਰ ਪੇਸ਼ ਕਰਾਂ ਤਾਂ ਜੋ ਸਾਨੂੰ ਸਹੀ ਤੇ ਚੰਗੀ ਸੇਧ ਮਿਲ ਸਕੇ। ਤੇ ਅੱਜ ਦੀ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ। ਜ਼ਿੰਦਗੀ ਦੇ ਅਣਗਿਣਤ ਅਜਿਹੇ ਕਿੱਸੇ ਜੋ ਸਾਡੇ ਦਿਲ ਤੇ ਪੱਕੀ ਛਾਪ ਛੱਡ ਜਾਂਦੇ ਨੇ, ਜਿਨ੍ਹਾਂ ਦੇ ਵਿੱਚੋਂ ਸਾਨੂੰ ਕਈ ਵਾਰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਹ ਕਹਾਣੀ ਨਹੀਂ, ਬਲਕਿ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚਣ ਦੀ ਇੱਕ ਵੱਡੀ ਮਿਸਾਲ ਹੈ। ਕਿਸੇ ਦਾ ਤੁਹਾਡੇ ਲਈ ਕੀਤਾ ਹੋਇਆ ਇੱਕ ਚੰਗਾ ਕੰਮ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ। ਇਸ ਲਈ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਏ ਉਹਨਾਂ ਚੰਗੀਆਂ ਰੂਹਾਂ ਦਾ ਕਦੇ ਅਹਿਸਾਨ ਨਹੀਂ ਭੁੱਲਣਾ ਚਾਹੀਦਾ, ਜਿਨ੍ਹਾਂ ਕਰਕੇ ਅੱਜ ਸਾਡੀ ਜ਼ਿੰਦਗੀ ਆਬਾਦ ਹੈ। ਸਭ ਦੀ ਜ਼ਿੰਦਗੀ ਦੇ ਵਿੱਚ ਉਹ ਇਨਸਾਨ ਜ਼ਰੂਰ ਆਉਂਦਾ ਜਿਸ ਨੇ ਉਸ ਨੂੰ ਉਸ ਥਾਂ ਤੇ ਪਹੁੰਚਾਉਣ ਦੇ ਲਈ ਕੁਝ ਨਾ ਕੁਝ ਜ਼ਰੂਰ ਕੀਤਾ ਹੋਵੇ, ਭਾਵੇਂ ਕੋਈ ਛੋਟੀ ਜਿਹੀ ਗੱਲ ਹੀ ਕਿਉਂ ਨਾ ਹੋਵੇ। ਉਸ ਵਿਅਕਤੀ ਵੱਲੋਂ ਦਿੱਤਾ ਗਿਆ ਹੌਸਲਾ ਜਾਂ ਜ਼ਿੰਦਗੀ ਭਰ ਦਾ ਕੀਤਾ ਅਹਿਸਾਸ। ਕਹਾਣੀ ਸਤਿੰਦਰ ਦੀ ਹੈ। ਹਰ ਰੋਜ਼ ਦੇ ਵਾਂਗ ਮੈਨੂੰ ਇਸ ਵਾਰ ਵੀ ਪਾਪਾ ਦੀ ਦਵਾਈ ਲੈਣ ਦੇ ਲਈ ਸ਼ਹਿਰ ਜਾਣਾ ਪੈਣਾ ਸੀ। ਫਿਰ ਉਹ ਔਖਾ ਸਫ਼ਰ ਸਾਈਕਲ ਤੇ ਤੈਅ ਕਰ ਵਾਪਸ ਵੀ ਆਉਣਾ ਸੀ, ਪਰ ਨਾ ਕਰਨ ਦੀ ਗੁੰਜਾਇਸ਼ ਨਹੀਂ ਸੀ ਮੇਰੇ ਕੋਲ। ਹੌਲੀ ਹੌਲੀ ਪੈਡਲ ਮਾਰ ਆਖਿਰਕਾਰ ਮੈਂ ਪਹੁੰਚ ਜਾਂਦਾ ਉਸ ਦਵਾਈ ਦੀ ਦੁਕਾਨ ਤੇ। ਸਾਈਕਲ ਨੂੰ ਬਾਹਰ ਖੜਾ ਕਰ ਮੈਂ ਅੰਦਰ ਜਾਂਦਾ। ਭੀੜ ਜ਼ਿਆਦਾ ਹੋਣ ਦੇ ਕਾਰਨ ਮੇਰਾ ਨੰਬਰ ਥੋੜੀ ਦੇਰ ਬਾਅਦ ਆਉਂਦਾ। ਜਦ ਮੈਂ ਵਿਹਲਾ ਹੁੰਦਾ ਤਾਂ ਬਾਹਰ ਆ ਕੇ ਕੀ ਦੇਖਦਾ ਕਿ ਸਾਈਕਲ ਦੀ ਥਾਂ ਤੇ ਸਾਈਕਲ ਹੀ ਨਹੀਂ। ਮੈਂ ਇੱਧਰ ਉੱਧਰ ਦੇਖਦਾ, ਪਰ ਮੇਰਾ ਸਾਈਕਲ ਕਿਤੇ ਦਿਖਾਈ ਨਹੀਂ ਦਿੰਦਾ। ਸੋਚਾਂ ਦੇ ਵਿੱਚ ਪੈ ਜਾਣਾ ਕਿ ਹੁਣ ਮੈਂ ਕਰਾਂ ਕੀ। ਘਰ ਜਾ ਜਦੋਂ ਪਿਤਾ ਜੀ ਨੂੰ ਦੱਸਿਆ ਤਾਂ ਉਹ ਕੁੱਟਣਗੇ, ਜਿਸ ਕਰਕੇ ਮੈਂ ਹੋਰ ਵੀ ਜ਼ਿਆਦਾ ਡਰ ਗਿਆ। ਸਭ ਤੋਂ ਜ਼ਿਆਦਾ ਮੁਸ਼ਕਿਲ ਜੋ ਉਸ ਸਮੇਂ ਲੱਗ ਰਿਹਾ ਸੀ ਕਿ ਮੈਂ ਘਰ ਵਾਪਸ ਜਾਵਾਂਗਾ ਕਿੱਦਾਂ, ਕਿਉਂਕਿ ਉਸ ਸਮੇਂ ਤਾਂ ਨਾ ਕੋਈ ਬੱਸ ਸਾਡੇ ਪਿੰਡ ਨੂੰ ਜਾਂਦੀ ਸੀ ਤੇ ਨਾ ਹੀ ਕੋਈ ਆਟੋ ਰਿਕਸ਼ਾ। ਰਸਤੇ ਦੇ ਵਿੱਚ ਚਲਦੇ ਚਲਦੇ ਮੈਨੂੰ ਆਪਣਾ ਗੁਆਂਢੀ ਮਿਲਿਆ, ਜਿਸ ਦੇ ਸਾਈਕਲ ਦੇ ਪਿੱਛੇ ਬੈਠ ਮੈਂ ਉਸ ਦਿਨ ਘਰ ਪਹੁੰਚਿਆ। ਘਰ ਪਹੁੰਚ ਜਦੋਂ ਮੈਂ ਆਪ ਬੀਤੀ ਆਪਣੇ ਪਿਤਾ ਜੀ ਨੂੰ ਦੱਸੀ ਤਾਂ ਉਹਨਾਂ ਨੂੰ ਗੁੱਸਾ ਤਾਂ ਬਹੁਤ ਆਇਆ, ਪਰ ਉਹ ਕਹਿਣ ਲੱਗੇ, ਕੋਈ ਨਾ, ਕਿਸੇ ਦੀ ਜ਼ਰੂਰਤ ਸ਼ਾਇਦ ਸਾਡੇ ਤੋਂ ਵੱਡੀ ਹੋ ਸਕਦੀ ਹੈ। ਅਸੀਂ ਨਵਾਂ ਸਾਈਕਲ ਲੈਣ ਬਾਰੇ ਸੋਚਾਂਗੇ। ਮੈਂ ਦੇਖ ਹੈਰਾਨ ਹੋ ਜਾਂਦਾ ਕਿ ਉਸ ਦਿਨ ਮੇਰੇ ਪਾਪਾ ਨੇ ਮੈਨੂੰ ਨਾ ਮਾਰਿਆ ਨਾ ਹੀ ਝਿੜਕਿਆ। ਇਸ ਲਈ ਮੈਂ ਹੋਰ ਵੀ ਜ਼ਿਆਦਾ ਸੋਚਾਂ ਦੇ ਵਿੱਚ ਪੈ ਗਿਆ ਕਿ ਹੁਣ ਤਾਂ ਮੈਂ ਉਸ ਚੋਰ ਨੂੰ ਫੜ ਕੇ ਹੀ ਰਵਾਂਗਾ। ਜਿਸ ਲਈ ਮੈਂ ਆਪਣੇ ਦੋਸਤ ਰਮਨ ਦੇ ਨਾਲ ਇੱਕ ਤਰਕੀਬ ਸੋਚੀ ਕਿ ਕਿੱਦਾਂ ਅਸੀਂ ਉਸ ਚੋਰ ਨੂੰ ਕਾਬੂ ਕਰਾਂਗੇ। ਪਰ ਅਸੀਂ ਤਦ ਹੀ ਉਸ ਨੂੰ ਫੜ ਸਕਦੇ ਹਾਂ ਜਦ ਮੇਰੇ ਕੋਲ ਦੂਜੀ ਸਾਈਕਲ ਹੁੰਦੀ। ਇੰਨੀ ਜਲਦੀ ਨਵੀਂ ਸਾਈਕਲ ਦਾ ਇੰਤਜ਼ਾਮ ਕਿੱਦਾਂ ਹੁੰਦਾ। ਮੈਂ ਆਪਣੇ ਪਿਤਾ ਜੀ ਦੇ ਮਗਰ ਲੱਗ ਕੇ ਸਾਈਕਲ ਖਰੀਦ ਕੇ ਲਿਆਉਣਾ। ਮੈਂ ਉਸ ਦਿਨ ਫਿਰ ਤੋਂ ਖੁਸ਼ ਸੀ। ਸ਼ਹਿਰੋਂ ਵਧੀਆ ਜੀ ਸਾਈਕਲ ਮੇਰੇ ਪਿਤਾ ਜੀ ਨੇ ਮੈਨੂੰ ਲਿਆ ਕੇ ਦਿੱਤੀ। ਮੇਰੇ ਪਿਤਾ ਜ਼ਿਆਦਾ ਸ਼ਹਿਰ ਵੱਲ ਨੂੰ ਨਹੀਂ ਜਾਂਦੇ ਸਨ, ਕਿਉਂਕਿ ਉਹ ਜ਼ਿਆਦਾ ਸਮਾਂ ਘਰ ਹੀ ਬਿਤਾ ਦਿੰਦੇ। ਜਿਸ ਦਿਨ ਫੈਕਟਰੀ ਜਾਣਾ ਹੁੰਦਾ ਸੀ, ਉਸ ਦਿਨ ਉਹ ਆਪਣੀ ਹਾਜ਼ਰੀ ਲਵਾ ਕੇ ਘਰ ਨੂੰ ਆ ਜਾਂਦੇ। ਉਸ ਦੀ ਵਜ੍ਹਾ ਸੀ ਉਹਨਾਂ ਦੀ ਸਾਹ ਦੀ ਤਕਲੀਫ। ਇੱਕ ਦਿਨ ਫਿਰ ਮੈਂ ਦਵਾਈ ਲੈਣ ਦੇ ਲਈ ਸ਼ਹਿਰ ਜਾਣਾ ਸੀ। ਮੈਂ ਅੱਜ ਫਿਰ ਆਪਣੀ ਸਾਈਕਲ ਤੇ ਬੈਠ ਆਪਣੇ ਦੋਸਤ ਰਮਨ ਦੇ ਨਾਲ ਤੁਰ ਪੈਂਦਾ। ਇਸ ਤੋਂ ਪਹਿਲਾਂ ਕਿ ਅੰਦਰ ਦਵਾਈ ਲੈਣ ਗਏ ਨੂੰ ਮੇਰੀ ਸਾਈਕਲ ਚੋਰੀ ਹੁੰਦੀ, ਮੈਂ ਰਮਨ ਨੂੰ ਦਵਾਈ ਲੈਣ ਭੇਜ ਦਿੱਤਾ ਤੇ ਜਿੱਥੇ ਮੈਂ ਸਾਈਕਲ ਲਗਾਈ ਸੀ ਉਸ ਦੇ ਸਾਹਮਣੇ ਵਾਲੀ ਦੁਕਾਨ ਦੇ ਨਾਲ ਛਾਵੇਂ ਬੈਠ ਜਾਂਦਾ ਕਿ ਜਿਸ ਦਿਨ ਪਹਿਲਾਂ ਮੇਰੀ ਸਾਈਕਲ ਚੁੱਕੀ ਗਈ ਸੀ, ਸ਼ਾਇਦ ਅੱਜ ਵੀ ਉਹ ਚੋਰ ਵਾਪਸ ਆਏਗਾ ਤੇ ਮੈਂ ਉਸ ਨੂੰ ਧਰ ਤੋਂ ਪੁੱਛਾਂਗਾ। ਮੈਨੂੰ ਉੱਥੇ ਬੈਠੇ ਨੂੰ 3 ਘੰਟੇ ਬੀਤ ਗਏ, ਪਰ ਕੋਈ ਨਹੀਂ ਆਇਆ। ਰਮਨ ਵੀ ਉੱਥੇ ਬੈਠ ਚੋਰ ਦਾ ਇੰਤਜ਼ਾਰ ਕਰ ਰਿਹਾ ਸੀ। ਅਚਾਨਕ ਮੇਰੀ ਨਜ਼ਰ ਇੱਕ ਮੁੰਡੇ ਤੇ ਪਈ। ਮੇਰੀ ਉਮਰ ਦਾ ਲੱਗ ਰਿਹਾ ਸੀ। ਉਸਨੇ 2 ਚੱਕਰ ਮਾਰਕੀਟ ਦੇ ਕੱਟੇ, ਇੱਧਰ ਉੱਧਰ ਦੇਖਿਆ, ਸਾਈਕਲ ਨੂੰ ਦੇਖ ਕੇ ਅੱਗੇ ਲੰਘ ਗਿਆ। ਮੈਨੂੰ ਸਾਫ਼ ਲੱਗ ਰਿਹਾ ਸੀ ਕਿ ਇਹ ਮੁੰਡਾ ਚੋਰ ਹੈ। ਤੀਜੀ ਵਾਰ ਜਦੋਂ ਮੁੰਡਾ ਆਇਆ ਤਾਂ ਉਸਨੇ ਮੇਰੇ ਸਾਈਕਲ ਨੂੰ ਹੱਥ ਪਾਇਆ ਤਾਂ ਉਸ ਵੇਲੇ ਰਮਨ ਤੇ ਮੈਂ ਚੋਰ ਚੋਰ ਕਹਿ ਕੇ ਰੌਲਾ ਪਾ ਦਿੱਤਾ ਤੇ ਸਭ ਬਾਜ਼ਾਰ ਵਾਲੇ ਉੱਥੇ ਇਕੱਠੇ ਹੋ ਗਏ ਤੇ ਉਸ ਮੁੰਡੇ ਨੂੰ ਕੁੱਟਣ ਲੱਗ ਪਏ। ਇਸ ਤੋਂ ਪਹਿਲਾਂ ਕਿ ਅਸੀਂ ਉਸ ਚੋਰ ਨੂੰ ਪੁਲਿਸ ਦੇ ਹਵਾਲੇ ਕਰੀਏ, ਮੇਰੇ ਪਿਤਾ ਜੀ ਵੀ ਉੱਥੇ ਪਹੁੰਚ ਗਏ, ਕਿਉਂਕਿ ਸਮਾਂ ਇੰਨਾ ਜ਼ਿਆਦਾ ਹੋ ਗਿਆ ਸੀ ਸਾਨੂੰ ਸ਼ਹਿਰ ਆਏ ਨੂੰ ਕਿ ਪਿਤਾ ਜੀ ਲੱਭਦੇ ਲੱਭਦੇ ਉੱਥੇ ਪਹੁੰਚ ਗਏ। ਪਿਤਾ ਜੀ ਨੇ ਪੁੱਛਿਆ ਕਿ ਇਹ ਕੀ ਹੋ ਰਿਹਾ। ਮੈਂ ਕਿਹਾ, ਇਹ ਉਹੀਓ ਸਾਈਕਲ ਚੋਰ ਹੈ ਜਿਸਨੇ ਮੇਰੀ ਸਾਈਕਲ ਪਹਿਲਾਂ ਚੋਰੀ ਕੀਤੀ ਤੇ ਹੁਣ ਫਿਰ ਮੇਰੀ ਨਵੀਂ ਸਾਈਕਲ ਚੋਰੀ ਕਰਕੇ ਭੱਜ ਰਿਹਾ ਸੀ, ਜਿਸ ਕਰਕੇ ਅਸੀਂ ਇਸ ਨੂੰ ਫੜ ਲਿਆ ਤੇ ਹੁਣ ਅਸੀਂ ਇਸ ਨੂੰ ਪੁਲਿਸ ਦੇ ਹਵਾਲੇ ਕਰਾਂਗੇ। ਉਹ ਮੁੰਡਾ ਰੋ ਰੋ ਕੇ ਕਹਿ ਰਿਹਾ ਸੀ, ਨਹੀਂ, ਮੈਨੂੰ ਤੁਸੀਂ ਛੱਡ ਦਿਓ, ਮੇਰੀ ਮਜਬੂਰੀ ਦੇ ਚਲਦਿਆਂ ਮੈਂ ਇਹ ਕੰਮ ਕੀਤਾ। ਉਸਦਾ ਕਹਿਣਾ ਸੀ ਕਿ ਉਸਦੇ ਪਿਤਾ ਜੀ ਪੂਰੇ ਹੋ ਗਏ ਨੇ ਤੇ ਮਾਤਾ ਜੀ ਦਮੇ ਦੇ ਮਰੀਜ਼ ਨੇ। ਦਾਦੀ ਵੀ ਸਾਡੇ ਕੋਲ ਹੀ ਰਹਿੰਦੀ ਹੈ ਤੇ 3 ਭੈਣਾਂ ਦੀ ਜ਼ਿੰਮੇਵਾਰੀ ਵੀ ਉਸ ਉੱਤੇ ਹੀ ਹੈ। ਘਰ ਰਾਸ਼ਨ ਪਾ ਸਕਾਂ ਇਸ ਲਈ
ਸਾਈਕਲ ਚੋਰੀ ਕੀਤੀ ਸੀ। ਉਸ ਦਿਨ ਮੇਰੀ ਪਹਿਲੀ ਚੋਰੀ ਤੇ ਦੂਜੀ ਵਾਰ ਤੁਸੀਂ ਮੈਨੂੰ ਫੜ ਲਿਆ। ਮੈਂ ਝੂਠ ਨਹੀਂ ਬੋਲ ਰਿਹਾ, ਮੇਰਾ ਵਿਸ਼ਵਾਸ ਕਰੋ। ਮੁੰਡੇ ਦੀ ਇਹ ਗੱਲ ਸੁਣ ਮੇਰੇ ਪਿਤਾ ਜੀ ਨੇ ਬੜੇ ਧਿਆਨ ਦੇ ਨਾਲ ਉਸ ਵੱਲ ਦੇਖਿਆ। ਪਰ ਹਰ ਕੋਈ ਬੋਲ ਰਿਹਾ ਸੀ, ਇਹਨਾਂ ਚੋਰਾਂ ਦੀਆਂ ਗੱਲਾਂ ਵਿੱਚ ਆਉਣ ਦੀ ਲੋੜ ਨਹੀਂ, ਇਹ ਰਟੇ ਰਟਾਏ ਡਾਇਲੌਗ ਬੋਲਦੇ ਨੇ। ਹੁਣ ਵੀ ਇਹ ਗਰੀਬੀ ਦਾ ਡਰਾਮਾ ਸੁਣਾ ਕੇ ਇੱਥੋਂ ਨਿਕਲਣਾ ਚਾਹੁੰਦਾ ਹੈ। 4 ਦਿਨ ਥਾਣੇ ਦੇ ਵਿੱਚ ਪਰੇਡ ਹੋਈ ਤਾਂ ਹੋਰ ਵੀ ਬੜਾ ਕੁਝ ਬਕੇਗਾ। ਇਸ ਲਈ ਮੈਂ ਜ਼ਬਰਦਸਤੀ ਉਸ ਦੀ ਬਾਂਹ ਫੜ ਕੇ ਉਸ ਨੂੰ ਥਾਣੇ ਵੱਲ ਲੈ ਚੱਲਦਾ। ਪਰ ਅਜਿਹਾ ਕਰਨ ਤੋਂ ਮੇਰੇ ਪਿਤਾ ਜੀ ਨੇ ਮੈਨੂੰ ਰੋਕ ਲਿਆ ਕਿ ਸ਼ਾਇਦ ਇਹ ਬੱਚਾ ਸਹੀ ਕਹਿ ਰਿਹਾ ਹੋਵੇ। ਸਾਨੂੰ ਪਹਿਲੀ ਵਾਰ ਜ਼ਰੂਰ ਇਸ ਗੱਲ 'ਤੇ ਯਕੀਨ ਕਰਨਾ ਚਾਹੀਦਾ ਹੈ। ਉਹਨਾਂ ਨੇ ਮੈਨੂੰ ਸਮਝਾਇਆ ਕਿ ਲੋਕਾਂ ਦੀ ਗੱਲ 'ਚ ਨਾ ਆ, ਇਸ ਦੀ ਮਜਬੂਰੀ ਨੂੰ ਸਮਝਣ ਦੀ ਕੋਸ਼ਿਸ਼ ਕਰ। ਉਸ ਦਿਨ ਮੈਨੂੰ ਆਪਣੇ ਪਾਪਾ ਦੀ ਗੱਲ ਮੰਨਣੀ ਪਈ ਤੇ ਮੈਂ ਉਸ ਚੋਰ ਨੂੰ ਛੱਡ ਦਿੱਤਾ। ਲੋਕੀ ਗੱਲਾਂ ਕਰਦੇ ਨੇ ਕਿ ਅੱਜ ਕੱਲ੍ਹ ਭਲੇ ਮਾਨਸੀ ਦਾ ਜ਼ਮਾਨਾ ਨਹੀਂ, ਤੁਸੀਂ ਗਲਤ ਕਰ ਰਹੇ ਹੋ। ਪਰ ਮੇਰੇ ਪਿਤਾ ਜੀ ਨੇ ਜੋ ਕਿਹਾ ਮੈਨੂੰ ਉਸ 'ਤੇ ਕਾਇਮ ਰਹਿਣਾ ਪਿਆ। ਉਸ ਦਿਨ ਉਸ ਮੁੰਡੇ ਨੂੰ ਪੁਲਿਸ ਦੇ ਹੱਥ ਨਾ ਦੇ ਕੇ ਮੈਨੂੰ ਉੱਦਾਂ ਹੀ ਛੱਡਣਾ ਪਿਆ। ਜਿਸ ਤੋਂ ਅਗਲੇ ਦਿਨ ਬਾਅਦ ਉਹ ਮੁੰਡਾ ਆਪਣੀ ਮਾਂ ਦੇ ਨਾਲ ਆ ਕੇ ਪਹਿਲਾ ਸਾਈਕਲ ਮੋੜਨ ਦੇ ਲਈ ਘਰ ਆਉਂਦਾ ਹੈ। ਮੇਰੇ ਪਿਤਾ ਜੀ ਨੇ ਉਸ ਦਿਨ ਉਸ ਮੁੰਡੇ ਦੀ ਮਾਂ ਦੀ ਹਾਲਤ ਤੇ ਉਸ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਮੁੰਡਾ ਉਸ ਦਿਨ ਸੱਚ ਬੋਲ ਰਿਹਾ ਸੀ। ਉਹਨਾਂ ਨੇ ਉਸ ਮੁੰਡੇ ਨੂੰ ਪੁੱਛਿਆ ਕਿ ਤੂੰ ਕੋਈ ਨੌਕਰੀ ਕਿਉਂ ਨਹੀਂ ਕਰਦਾ। ਉਹਦਾ ਕਹਿਣਾ ਸੀ ਕਿ ਸਾਡੀ ਹਾਲਤ ਦੇਖ ਮੈਨੂੰ ਕੋਈ ਕੰਮ ਤੇ ਨਹੀਂ ਰੱਖਦਾ। ਅਗਲੇ ਦਿਨ ਮੇਰੇ ਪਿਤਾ ਜੀ ਫੈਕਟਰੀ 'ਚ ਜਾ ਉਸ ਮੁੰਡੇ ਨੂੰ ਆਪਣੀ ਸਿਫਾਰਿਸ਼ ਦੇ ਗੇਟਕੀਪਰ ਦੇ ਵਜੋਂ ਨੌਕਰੀ ਦਿਵਾ ਦਿੰਦੇ ਨੇ। ਮੈਂ ਦੇਖ ਕੇ ਹੈਰਾਨ ਹੁੰਦਾ ਕਿ ਤੁਸੀਂ ਉਸ ਚੋਰ ਨੂੰ ਆਪਣੀ ਜ਼ਮਾਨਤ 'ਤੇ ਕਿਉਂ ਨੌਕਰੀ ਲਗਵਾ ਦਿੱਤੀ। ਮੇਰੇ ਪਿਤਾ ਜੀ ਨੇ ਕਿਹਾ ਕਿ ਦੇਖ, ਤੇਰਾ ਖਿਆਲ ਰੱਖਣ ਲਈ ਤਾਂ ਮੈਂ ਅਜੇ ਜ਼ਿੰਦਾ, ਉਸ ਦਾ ਕੋਈ ਨਹੀਂ, ਨਾ ਹੀ ਕੋਈ ਰਿਸ਼ਤੇਦਾਰ ਉਸ ਦੀ ਮਦਦ ਕਰਦਾ ਹੈ ਤੇ ਨਾ ਹੀ ਨੌਕਰੀ 'ਤੇ ਕੋਈ ਰੱਖ ਰਿਹਾ। ਇਸ ਲਈ ਜੇ ਜ਼ਿੰਦਗੀ ਦੇ ਵਿੱਚ ਰੱਬ ਨੇ ਮੈਨੂੰ ਕੁਝ ਚੰਗਾ ਕਰਨ ਦਾ ਮੌਕਾ ਦਿੱਤਾ ਹੈ ਤਾਂ ਕਿਉਂ ਨਹੀਂ ਛੋਟਾ ਜਿਹਾ ਚੰਗਾ ਫਰਜ਼ ਨਿਭਾਇਆ ਜਾਵੇ। ਤੇ ਨਾਲੇ ਸਿਫਾਰਿਸ਼ ਹੀ ਤਾਂ ਕੀਤੀ ਹੈ, ਮੇਰਾ ਕੀ ਗਿਆ। ਇਹ ਬੋਲ ਕੇ ਉਸ ਦਿਨ ਮੇਰੇ ਪਿਤਾ ਜੀ ਨੇ ਮੈਨੂੰ ਚੁੱਪ ਕਰਵਾ ਦਿੱਤਾ। ਇਸ ਗੱਲ ਨੂੰ ਬੜੇ ਸਾਲ ਬੀਤ ਚੁੱਕੇ ਨੇ, ਪਰ ਮੈਂ ਅੱਜ ਵੀ ਇਸ ਨੂੰ ਯਾਦ ਰੱਖਿਆ ਕਿਉਂਕਿ ਇਸ ਤਰ੍ਹਾਂ ਦੀਆਂ ਕਈ ਗੱਲਾਂ ਮੈਂ ਆਪਣੇ ਪਿਤਾ ਜੀ ਤੋਂ ਸਿੱਖੀਆਂ ਸਨ। ਇਸ ਗੱਲ ਨੂੰ ਵਾਪਰੇ ਪੂਰੇ 18 ਸਾਲ ਬੀਤ ਚੁੱਕੇ ਸਨ। ਉਸ ਦਿਨ ਮੈਨੂੰ ਦਿੱਲੀ ਤੋਂ ਇੱਕ ਵਾਰ ਫਿਰ ਆਪਣੇ ਪਿੰਡ ਵਾਪਸ ਆਉਣਾ ਪਿਆ। ਹੁਣ ਤੱਕ ਤਾਂ ਮੇਰਾ ਵਿਆਹ ਵੀ ਹੋ ਚੁੱਕਾ ਸੀ ਤੇ ਚੰਗੀ ਨੌਕਰੀ ਵੀ ਕਰਦਾ ਸੀ ਮੈਂ। ਪਿਤਾ ਜੀ ਦੇ ਦੇਹਾਂਤ ਦੀ ਖਬਰ ਸੁਣਦੇ ਹੀ ਮੈਂ ਪਿੰਡ ਆ ਗਿਆ। ਉਸ ਦਿਨ ਅੰਤਮ ਸੰਸਕਾਰ ਕਰਨ ਤੋਂ ਬਾਅਦ ਜਦ ਸਾਰੇ ਘਰ ਦੇ ਵਿੱਚ ਬੈਠੇ ਸਨ ਤਾਂ ਘਰ ਦੀ ਘੰਟੀ ਵੱਜੀ। ਦਰਵਾਜ਼ਾ ਖੋਲ੍ਹਿਆ ਤਾਂ ਮੇਰੇ ਵਰਗਾ ਮੁੰਡਾ ਕਹਿੰਦਾ, ਜੀ ਬਾਪੂ ਜੀ ਦੇ ਗੁਜ਼ਰਨ ਦੀ ਖਬਰ ਦਾ ਪਤਾ ਚੱਲਿਆ। ਸੋਚਿਆ ਮੈਂ ਅਫਸੋਸ ਕਰਦਾ ਜਾਵਾਂ। ਮੈਂ ਉਸ ਨੂੰ ਅੰਦਰ ਆਉਣ ਦੇ ਲਈ ਕਿਹਾ। ਫੌਜੀ ਦੀ ਵਰਦੀ ਦੇ ਵਿੱਚ ਸੀ ਉਹ ਅਫਸਰ। ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਨੂੰ ਪਹਿਚਾਨਿਆ ਨਹੀਂ। ਤਾਂ ਉਸਨੇ ਕਿਹਾ, ਜੀ ਤੁਹਾਨੂੰ ਤਾਂ ਯਾਦ ਹੋਣਾ ਹੀ ਹੈ, ਮੈਂ ਉਹੀਓ ਹਾਂ ਜਿਸ ਨੇ ਤੁਹਾਡਾ ਸਾਈਕਲ ਚੋਰੀ ਕੀਤਾ ਸੀ। ਇਹ ਸੁਣ ਮੈਨੂੰ ਧੱਕਾ ਲੱਗਾ ਕਿ ਇੱਕ ਚੋਰ ਇਸ ਵਰਦੀ ਦੇ ਵਿੱਚ। ਉਸਨੇ ਆਪ ਬੀਤੀ ਸੁਣਾਉਂਦਿਆਂ ਕਿਹਾ ਕਿ ਜਿਸ ਥਾਂ ਤੇ ਤੁਹਾਡੇ ਪਿਤਾ ਜੀ ਨੇ ਮੇਰੀ ਸਿਫਾਰਿਸ਼ ਕੀਤੀ, ਉੱਥੋਂ ਦੇ ਮਾਲਕ ਨੇ ਮੇਰੇ ਕੰਮ ਤੋਂ ਖੁਸ਼ ਹੋ ਕੇ ਮੈਨੂੰ ਕਿਸੇ ਉੱਚੇ ਘਰ ਰਖਵਾਲੀ ਤੇ ਲਗਵਾ ਦਿੱਤਾ। ਉਸ ਰਸੂਖਦਾਰ ਵਿਅਕਤੀ ਨੇ ਹੋਮਗਾਰਡ ਦੇ ਵਿੱਚ ਮੇਰੀ ਭਰਤੀ ਕਰਵਾ ਦਿੱਤੀ, ਜਿਸ ਤੋਂ ਬਾਅਦ ਮੈਂ ਆਪਣੀ ਪੜ੍ਹਾਈ ਪੂਰੀ ਕਰ ਵੱਡਾ ਅਫਸਰ ਲੱਗ ਚੁੱਕਿਆ। ਅੱਜ ਜਦ ਤੁਹਾਡੇ ਪਿਤਾ ਜੀ ਦੀ ਮੌਤ ਦੀ ਖਬਰ ਸੁਣੀ ਤਾਂ ਰਿਹਾ ਨਹੀਂ ਗਿਆ, ਮੈਂ ਘਰ ਨੂੰ ਆ ਗਿਆ। ਉਸ ਵਿਅਕਤੀ ਨੇ ਮੇਰੇ ਪਿਤਾ ਜੀ ਦੀ ਉਸ ਸਿਫਾਰਿਸ਼ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਹੁਣ ਮੈਂ ਵੀ ਜਦੋਂ ਕੋਈ ਮੇਰੇ ਵਰਗਾ ਚੋਰ ਫੜਿਆ ਜਾਂਦਾ ਤਾਂ ਮੈਂ ਜ਼ਰੂਰ ਉਸ ਦੀ ਮਦਦ ਕਰਦਾ, ਇਹ ਸੋਚ ਕੇ ਕਿ ਕਿਤੇ ਉਹ ਵੀ ਮੇਰੇ ਵਾਂਗ ਸੱਚ ਨਾ ਬੋਲ ਰਿਹਾ ਹੋਵੇ, ਤਾਂ ਕਿ ਜਿੱਦਾਂ ਮੇਰਾ ਭਲਾ ਤੁਹਾਡੇ ਪਿਤਾ ਜੀ ਨੇ ਕੀਤਾ ਉਸ ਤਰ੍ਹਾਂ ਮੈਂ ਵੀ ਕਿਸੇ ਦੇ ਕੰਮ ਆ ਸਕਾਂ। ਉਸ ਦਿਨ ਉਸ ਮੁੰਡੇ ਨੂੰ ਦੇਖ ਸੱਚੀ ਦਿਲ ਨੂੰ ਬੜਾ ਸਕੂਨ ਮਿਲਿਆ ਕਿ ਰੱਬ ਸਭ ਲਈ ਕੋਈ ਨਾ ਕੋਈ ਹੀਲਾ ਜ਼ਰੂਰ ਕਰਦਾ ਹੈ। ਤੇ ਦੋਸਤੋ, ਇਸ ਕਹਾਣੀ ਤੋਂ ਤੁਹਾਨੂੰ ਸੁਣਨ ਨੂੰ ਕੀ ਮਿਲਿਆ? ਜੇ ਤੁਸੀਂ ਕਿਸੇ ਲਈ ਚੰਗਾ ਕਰਦੇ ਹੋ ਤਾਂ ਉਹ ਵਿਅਕਤੀ ਉਮਰ ਦੇ ਆਖਿਰ ਤੱਕ ਤੁਹਾਨੂੰ ਯਾਦ ਕਰਦਾ ਹੈ। ਤੇ ਸਮਾਂ ਰਹਿੰਦੇ ਜੇ ਤੁਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਬੁਰਾ ਵੀ ਨਾ ਕਰੋ। ਤੁਹਾਨੂੰ ਕੀ ਸਿੱਖਣ ਨੂੰ ਮਿਲਿਆ? ਕਿ ਸਾਨੂੰ ਚੋਰਾਂ ਦੀ ਮਦਦ ਕਰਨੀ ਚਾਹੀਦੀ ਹੈ ਜਾਂ ਕਿਸੇ ਤੇ ਯਕੀਨ ਕਰਨਾ ਚਾਹੀਦਾ ਹੈ? ਕਮੈਂਟ ਬਾਕਸ 'ਚ ਜ਼ਰੂਰ ਦੱਸਣਾ। ਤੇ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਕਹਾਣੀ? ਕਮੈਂਟ ਬਾਕਸ ਦੇ ਵਿੱਚ ਤੁਸੀਂ ਮੈਨੂੰ ਜ਼ਰੂਰ ਦੱਸ ਸਕਦੇ ਹੋ। ਜੇਕਰ ਤੁਹਾਡੇ ਕੋਲ ਵੀ ਕੋਈ ਕਹਾਣੀ ਹੈ ਜਿਸ ਨੂੰ ਤੁਸੀਂ ਮੇਰੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ love23land@gmail.com ਤੇ ਮੇਲ ਕਰ ਸਕਦੇ ਹੋ। ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਸਬਸਕ੍ਰਾਈਬ ਕਰੋ ਤੇ ਹਾਂ, ਰੈੱਡ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਤੁਸੀਂ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਪਾ ਸਕੋ। ਮੇਰੀਆਂ ਕਹਾਣੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਆਪਣੇ ਪਰਿਵਾਰ ਦੋਸਤਾਂ ਦੇ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬਣ ਜਾਓ ਲਵ 23 ਲੈਂਡ ਫੈਮਿਲੀ ਦਾ ਹਿੱਸਾ। ਲਵ 23 ਲੈਂਡ, ਦਿਲ ਸੇ ਬਾय नीलू।